ਅਸੀਂ ਚਰਚਾ ਕਰਾਂਗੇ ਗੈਸ ਚਾਰजिंग ਦੀ ਨਿਕਾਸੀ ਕਿਵੇਂ ਕਰਨੀ ਹੈ ਤਾਂ ਕਾਪਰ ਦੀਆਂ ਟਿਊਬਾਂ ਨੂੰ ਕਿਵੇਂ ਪਿੰਚ ਕਰਨਾ ਹੈ। 1. ਫਲੇਅਰ ਅਤੇ ਕੰਪਰੈਸਰ ਵਿੱਚ ਵਾਯੂ ਚਾਰजिंग ਟਿਊਬ ਬਣਾਉਣ ਬਾਰੇ। 2. ਬ੍ਰੇਸ ਕੰਪਰੈਸਰ ਚਾਰजिंग ਟਿਊਬ ਬਾਰੇ। 3. ਕੰਪਰੈਸਰ ਚਾਰजिंग ਟਿਊਬ ਨੂੰ ਗੈਸ ਮੈਨੀਫੋਲਡ ਅਤੇ ਨਾਈਟ੍ਰੋਜਨ ਸਿਲੰਡਰ ਨਾਲ ਕਨੈਕਟ ਕੀਤਾ। 4. ਸਿਸਟਮ 'ਚ ਗੈਸ ਚਾਰਜ ਕਰਨਾ। 5. ਸਿਸਟਮ ਨੂੰ ਪਿੰਚ ਕਰਨਾ। 6. ਲੀਕ ਦੇ ਸਪੌਟਸ ਨੂੰ ਬ੍ਰੇਸ ਕੀਤਾ। 7. ਸਿਸਟਮ ਨੂੰ ਵੈਕਿਊਮ ਪੰਪ ਨਾਲ ਕਨੈਕਟ ਕਰਨ ਬਾਰੇ। ਇਸ ਨੂੰ ਜਾਰੀ ਰੱਖਦੇ ਹੋਏ ਇਸ ਵੀਡੀਓ ਵਿੱਚ ਅਸੀਂ ਚਰਚਾ ਕਰਨ ਜਾ ਰਹੇ ਹਾਂ। 1. ਵੈਕਿਊਮ ਪੰਪ ਨੂੰ ਹੈਂਡਲ ਕਰਨ ਅਤੇ ਚਲਾਉਣ ਬਾਰੇ। 2. ਸਿਸਟਮ ਨੂੰ ਕਿਵੇਂ ਡੀਹਾਈਡਰੇਟ ਕਰਨਾ ਹੈ। 3. ਸਿਸਟਮ ਨੂੰ ਹੇਠਲੇ ਪਾਸੇ ਅਤੇ ਨੀਵੇਂ ਦੋਵੇਂ ਪਾਸੇ ਕਿਵੇਂ ਖਾਲੀ ਕਰਨਾ ਹੈ। 4. ਸਿਸਟਮ ਵਿੱਚ ਗੈਸ ਦਾ ਬਦਲਾਅ। 5. ਸਿਸਟਮ ਨੂੰ ਪੋਰਚ ਕਰਨਾ। ਟਾਸਕ 1 ਵੈਕਿਊਮ ਪੰਪ ਨੂੰ ਹੈਂਡਲ ਕਰੋ ਅਤੇ ਚਲਾਓ। ਸਟੈਪ 1 ਇਹ ਯਕੀਨੀ ਬਣਾਓ ਕਿ ਆਨਲਾਈਨ ਟੈਸਟਰ ਦੀ ਵਰਤੋਂ ਕਰਕੇ ਵੈਕਿਊਮ ਪੰਪ ਲਈ ਬਿਜਲੀ ਸਪਲਾਈ ਉਪਲਬਧ ਹੈ। ਸਟੈਪ 2 ਵੈਕਿਊਮ ਪੰਪ ਦੀ ਇਲੈਕਟ੍ਰੀਕਲ ਪਾਵਰ ਲਾਈਨ ਨੂੰ ਪਾਵਰ ਸੋਰਸ ਟੈਸਟ ਬੋਰਡ ਸਵਿਚ ਬੋਰਡ ਨਾਲ ਕਨੈਕਟ ਕਰੋ। ਸਟੈਪ 3 ਵੈਕਿਊਮ ਪੰਪ ਨੂੰ ਔਨ ਕਰੋ। ਸਟੈਪ 4 ਗੇਜ ਮੈਨੀਫੋਲਡ ਦਾ ਵਾਲਵ ਨੋਬ LP ਪੋਰਟ ਖੋਲੋ। ਸਟੈਪ 5 ਰੈਚਟ ਕੀ ਰੈਂਚ ਨਾਲ ਸਟੈਮ ਨੂੰ ਕੜੀ ਦੀ ਉਲਟ ਦਿਸ਼ਾ ਵੱਲੋਂ ਮੋੜ ਕੇ ਐਂਗਲ ਵਾਲਵ ਖੋਲੋ। ਸਟੈਪ 6 ਮੈਨੀਫੋਲਡ ਦੇ LP ਗੇਜ ਤੇ ਉਪਲਬਧ ਪ੍ਰੈਸ਼ਰ ਰੀਡਿੰਗ ਨੂੰ ਵੇਖੋ। ਪ੍ਰੈਸ਼ਰ ਘਟਦਾ ਜਾਂਦਾ ਹੈ। ਸਟੈਪ 7 ਸਿਸਟਮ ਨੂੰ ਬਿਨਾਂ ਕਿਸੇ ਰੁਕਾਵਟ ਦੇ 2 ਘੰਟਿਆਂ ਲਈ ਛੱਡ ਦਿਓ। ਟਾਸਕ 2 ਸਿਸਟਮ ਨੂੰ ਡੀਹਾਈਡਰੇਟ ਕਰੋ। ਸਟੈਪ 1 ਹੀਟਿੰਗ ਕਿਟ ਲਾਓ, ਇਨਫਰਾਰੈਡ ਲੈਂਪ ਅਤੇ ਇਸ ਨੂੰ ਚਾਲੂ ਕਰੋ। ਸਟੈਪ 2 ਯਕੀਨੀ ਬਣਾਓ ਕਿ ਸਿਸਟਮ ਵੈਕਿਊਮ ਹੋ ਰਿਹਾ ਹੈ ਅਤੇ ਪੰਪ ਕੰਮ ਕਰ ਰਿਹਾ ਹੈ। ਸਟੈਪ 3 ਇਨਫਰਾਰੈਡ ਲੈਂਪ ਨਾਲ ਸਿਸਟਮ ਦੇ ਸਾਰੇ ਖੇਤਰਾਂ ਨੂੰ ਗਰਮ ਕਰੋ। ਸਟੈਪ 4 ਗਰਮੀ ਨੂੰ ਸਾਰੇ ਖੇਤਰਾਂ ਦੇ ਇਕਸਾਰ ਲਾਗੂ ਕਰੋ। ਰੈਫ੍ਰਿਜਰੈਂਟ ਟਿਊਬਸ, ਕੰਡੈਂਸਰ ਕੋਇਲ, ਇਵੈਪੋਰੇਟਰ ਕੋਇਲ, ਜੇਕਰ ਇਹ ਸਾਹਮਣੇ ਹੈ ਲਿਕੁਇਡ ਲਾਈਨ ਡਰਾਇਰ ਫਿਲਟਰ। ਸਟੈਪ 5 ਹੀਟਿੰਗ ਕਿਟ ਅਤੇ ਸਿਸਟਮ ਦੀ ਸੜਾ 15 ਮਿਲੀਮੀਟਰ ਵਿਚਕਾਰ ਦੂਰੀ ਹਮੇਸ਼ਾ ਬਣਾਏ ਰੱਖੋ। ਸਟੈਪ 6 15 ਤੋਂ 30 ਮਿੰਟਾਂ ਲਈ ਪ੍ਰਕਿਰਿਆ ਜਾਰੀ ਰੱਖੋ। ਟਾਸਕ 10 ਸਿਸਟਮ ਨੂੰ ਖਾਲੀ ਕਰੋ। ਸਟੈਪ 1 ਧਿਆਨ ਦਿਓ ਅਤੇ ਮੈਨੀਫੋਲਡ ਦੇ LP ਗੇਜ ਤੇ ਪ੍ਰੈਸ਼ਰ ਦੀ ਰੀਡਿੰਗ ਨੂੰ ਨੋਟ ਕਰੋ। ਇਹ 100 ਮਾਈਕਰੋਨ ਜਾਂ ਘੱਟ HG ਦੇ 30 ਦੇ ਬਰਾਬਰ ਹੋਣਾ ਚਾਹੀਦੀ ਹੈ। ਸਟੈਪ 2 ਵੈਕਿਊਮ ਪੰਪ ਸ਼ੁਰੂ ਹੋਣ ਤੇ 3 ਘੰਟੇ ਬਾਅਦ ਰੈਚਟ ਕੀ ਰੈਂਚ ਨਾਲ ਇਸ ਦੇ ਸਟੈਮ ਨੂੰ ਕੜੀ ਦੀ ਦਿਸ਼ਾ ਵੱਲੋਂ ਮੋੜ ਕੇ ਅਗਲੇ ਵਾਲਵ ਨੂੰ ਬੰਦ ਕਰੋ। ਸਟੈਪ 3 ਗੇਜ ਮੈਨੀਫੋਲਡ ਦੀ LP ਨੋਬ ਨੂੰ ਬੰਦ ਕਰੋ। ਸਟੈਪ 4 ਵੈਕਿਊਮ ਪੰਪ ਨੂੰ ਬੰਦ ਕਰੋ ਅਤੇ ਪਾਵਰ ਸਪਲਾਈ ਨੂੰ ਡਿਸਕਨੈਕਟ ਕਰੋ। ਸਟੈਪ 5 ਚਾਰजिंग ਹੋਜ਼ 1 ਨੂੰ ਐਂਗਲ ਵਾਲਵ ਤੋਂ ਡਿਸਕਨੈਕਟ ਕਰੋ। ਸਟੈਪ 6 ਡਮੀ ਨਟ 6 ਮਿਲੀਮੀਟਰ ਦੇ ਨਾਲ ਇੱਕ ਟੁਕਵੇ ਆਕਾਰ ਦੇ ਡਬਲ ਐਂਡਡ ਸਪੈਨਰ ਨਾਲ ਐਂਗਲ ਵਾਲਵ ਦੇ ਆਊਟਲੈਟ ਨੂੰ ਕੱਸ ਕੇ ਬੰਦ ਕਰੋ। ਸਟੈਪ 7 ਗੇਜ ਮੈਨੀਫੋਲਡ ਅਤੇ ਵੈਕਿਊਮ ਪੰਪ ਤੋਂ ਚਾਰजिंग ਹੋਜ਼ 1 ਤੇ 2 ਨੂੰ ਡਿਸਕਨੈਕਟ ਕਰੋ। ਟਾਸਕ 11 ਸਿਸਟਮ ਦੀ ਗੈਸ ਚਾਰਜ ਕਰਨਾ। ਸਟੈਪ 1 ਕਨਵੈਨਸ਼ਨਲ ਰੈਫ੍ਰਿਜਰੇਟਰ ਦੇ 에ਅਰ ਟਾਈਟ ਸਿਸਟਮ 'ਚ ਰੈਫ੍ਰਿਜਰੈਂਟ ਨੂੰ ਚਾਰਜ ਕਰੋ। ਸਟੈਪ 2 ਫ੍ਰੋਸਟ ਫ੍ਰੀ ਰੈਫ੍ਰਿਜਰੇਟਰ ਦੇ 에ਅਰ ਟਾਈਟ ਸਿਸਟਮ 'ਚ ਰੈਫ੍ਰਿਜਰੈਂਟ ਨੂੰ ਚਾਰਜ ਕਰੋ। ਸਟੈਪ 3 ਇਹ ਮੰਨਿਆ ਜਾਂਦਾ ਹੈ ਕਿ ਯੂਨਿਟ ਉਪਕਰਨ ਜੋ ਚਾਰਜ ਹੋਣ ਜਾ ਰਿਹਾ ਹੈ ਉਹ ਵੈਕਿਊਮ ਅਧੀਨ ਹੋਲਡਿੰਗ ਹੈ। ਟਾਸਕ 12 ਸਿਸਟਮ ਨੂੰ ਚਾਰजिंग ਸਿਲੰਡਰ ਨਾਲ ਕਨੈਕਟ ਕਰੋ। ਸਟੈਪ 1 ਚਾਰजिंग ਹੋਜ਼ 1 ਦੇ ਇੱਕ ਸਿਰੇ ਨੂੰ ਚਾਰजिंग ਸਿਲੰਡਰ ਦੇ ਵਾਲਵ ਨਾਲ ਕਨੈਕਟ ਕਰੋ ਅਤੇ ਦੂਜੇ ਸਿਰੇ ਨੂੰ ਗੇਜ ਮੈਨੀਫੋਲਡ ਦੇ ਵਿਚਕਾਰਲੇ ਪੋਰਟ ਨਾਲ ਜੋੜੋ। ਸਟੈਪ 2 ਚਾਰजिंग ਹੋਜ਼ 2 ਦੇ ਇੱਕ ਸਿਰੇ ਨੂੰ ਕੰਪਰੈਸਰ ਦੇ ਐਂਗਲ ਵਾਲਵ ਨਾਲ ਕਨੈਕਟ ਕਰੋ ਅਤੇ ਗੇਜ ਮੈਨੀਫੋਲਡ ਦੇ ਘੱਟ ਦਬਾਅ LP ਪੋਰਟ ਨਾਲ ਦੂਜੇ ਸਿਰੇ ਨੂੰ ਜੋੜੋ। ਸਟੈਪ 3 ਗੇਜ ਮੈਨੀਫੋਲਡ ਦੀ ਹਾਇਰ ਪ੍ਰੈਸ਼ਰ HP ਪੋਰਟ ਨੂੰ ਫਲਾਇਰ ਡਮੀ ਨਟ 6 ਮਿਲੀਮੀਟਰ ਨਾਲ ਬੰਦ ਕਰੋ ਅਤੇ ਇੱਕ ਟੁਕਵੇ ਡਬਲ ਐਂਡਡ ਸਪੈਨਰ ਦੀ ਵਰਤੋਂ ਨਾਲ ਇਸ ਨੂੰ ਕੱਸੋ। ਸਟੈਪ 4 ਯਕੀਨੀ ਬਣਾਓ ਕਿ ਚਾਰजिंग ਸਿਲੰਡਰ ਵਾਲਵ LP ਅਤੇ HP ਵਾਲਵ ਗੇਜ ਮੈਨੀਫੋਲਡ ਅਤੇ ਕੰਪਰੈਸਰ ਐਂਗਲ ਵਾਲਵ ਦੀਆਂ ਨੋਬਸ ਬੰਦ ਹਨ। ਸਟੈਪ 5 ਕਟਿੰਗ ਪਲਾਇਰ ਦੀ ਵਰਤੋਂ ਕਰਕੇ ਚਾਰजिंग ਹੋਜ਼ ਦੀ ਸਿਰਿਆਂ ਨੂੰ ਕੱਸੋ। ਟਾਸਕ 13 ਚਾਰजिंग ਹੋਜ਼ ਵਿੱਚੋਂ ਹਵਾ ਨੂੰ ਸਾਫ਼ ਕਰੋ।
ਸਟੈਪ 1 ਹੌਲੀ ਅਤੇ ਆਰਾਮ ਨਾਲ ਕੜੀ ਦੀ ਉਲਟ ਦਿਸ਼ਾ 'ਚ ਘੁਮਾ ਕੇ ਚਾਰਜਿੰਗ ਸਿਲੰਡਰ ਵਾਲਵ ਨੂੰ ਇਸ ਦੀ ਨੋਬ ਨੂੰ 1/2 ਤੋਂ 1 ਘੁਮਾ ਕੇ ਚਾਰਜਿੰਗ ਸਿਲੰਡਰ ਵੱਲ ਨੂੰ ਖੋਲੋ। ਸਟੈਪ 2 ਚਾਰਜਿੰਗ ਹੋਜ਼ 1 ਨੂੰ ਕਟਿੰਗ ਪਲਾਇਰ ਦੀ ਵਰਤੋਂ ਕਰਕੇ ਗੇਜ ਮੈਨੀਫੋਲਡ ਦੇ ਵਿਚਕਾਰਲੇ ਪੋਰਟ ਦੇ ਇਸ ਦੇ ਸਿਰੇ ਨੂੰ ਢਿੱਲਾ ਕਰਕੇ ਸਾਫ਼ ਕਰੋ। ਸਟੈਪ 3 ਦੇਖੋ ਕਿ ਰੈਫਰੀਜਰੈਂਟ ਬਰਫ਼ ਦੇ ਰੂਪ ਵਿੱਚ ਮੈਨੀਫੋਲਡ ਦੀ ਵਿਚਕਾਰਲੇ ਪੋਰਟ ਦੇ ਬਾਹਰ ਨਿਕਲ ਰਿਹਾ ਹੈ। ਫਿਰ ਤੁਰੰਤ ਚਾਰਜਿੰਗ ਹੋਜ਼ ਦੇ ਸਿਰੇ ਨੂੰ ਕੱਸ ਦਿਓ ਅਤੇ ਯਕੀਨੀ ਬਣਾਓ ਕਿ ਰੈਫਰੀਜਰੈਂਟ ਦੇ ਦਬਾਅ ਅਤੇ ਰਿਲੀਜ਼ ਹੋਣ ਨੂੰ ਰੋਕਿਆ ਗਿਆ ਹੈ। ਸਟੈਪ 4 ਗੇਜ ਮੈਨੀਫੋਲਡ ਦੀ LP ਨੌਬ 2 ਤੋਂ 3 ਮੋਡ ਖੋਲੋ ਅਤੇ LP ਗੇਜ ਤੇ ਰੀਡਿੰਗ ਨੂੰ ਆਬਜ਼ਰਵ ਕਰੋ। ਸਟੈਪ 5 ਚਾਰਜਿੰਗ ਹੋਜ਼ 2 ਨੂੰ ਕਟਿੰਗ ਪਲਾਇਰ ਦੀ ਵਰਤੋਂ ਨਾਲ ਐਂਗਲ ਵਾਲਵ ਤੇ ਇਸ ਦੇ ਸਿਰ ਨੂੰ ਢੀਲਾ ਕਰਕੇ ਸਾਫ਼ ਕਰੋ। ਸਟੈਪ 6 ਰੈਫਰੀਜਰੈਂਟ ਦੇ ਐਕਸੈਸ ਨੂੰ ਵੇਖੋ ਅਤੇ ਫਿਰ ਰੈਫਰੀਜਰੈਂਟ ਦੇ ਬਾਹਰ ਵਹਿਣ ਨੂੰ ਰੋਕਣ ਲਈ ਤੁਰੰਤ ਚਾਰਜਿੰਗ ਹੋਜ਼ 2 ਦੇ ਸਿਰੇ ਨੂੰ ਕੱਸ ਦਿਓ। ਟਾਸਕ 14 ਸਿਸਟਮ ਵਿੱਚ ਰੈਫਰੀਜਰੈਂਟ ਨੂੰ ਚਾਰਜ ਕਰੋ। ਸਟੈਪ 1 ਚਾਰਜਿੰਗ ਸਿਲੰਡਰ ਵਿੱਚ ਰੈਫਰੀਜਰੈਂਟ ਦੇ ਪੱਧਰ ਨੂੰ ਨੋਟ ਕਰੋ ਅਤੇ ਇਸ ਨੂੰ ਟੈਪ ਕਾਲਮ ਵਿੱਚ ਰਿਕਾਰਡ ਕਰੋ। ਸਟੈਪ 2 ਰੈਚਟ ਕੀ ਰਾਂਚ ਦੀ ਵਰਤੋਂ ਕਰਕੇ ਸਟੈਮ ਨੂੰ ਹੌਲੀ-ਹੌਲੀ ਕੜੀ ਦੀ ਉਲਟ ਦਿਸ਼ਾ ਵਿੱਚ ਘੁਮਾ ਕੇ ਐਂਗਲ ਵਾਲਵ ਕੰਪਰੈਸਰ ਪ੍ਰਕਿਰਿਆ ਲਾਈਨ ਦੇ ਸਟੈਮ ਨੂੰ ਖੋਲੋ। ਸਟੈਪ 3 ਕੰਪਰੈਸਰ ਦੀ ਚਾਰਜਿੰਗ ਟਿਊਬ ਵਿੱਚ ਰੈਫਰੀਜਰੈਂਟ ਦੇ ਪ੍ਰਵਾਹ ਨੂੰ ਹੱਥ ਉਂਗਲ ਨਾਲ ਛੂ ਕੇ ਵੇਖੋ। ਚਾਰਜਿੰਗ ਲਾਈਨ ਨੂੰ ਠੰਡਾ ਮਹਿਸੂਸ ਕਰਕੇ ਰੈਫਰੀਜਰੈਂਟ ਦੇ ਪ੍ਰਵਾਹ ਨੂੰ ਯਕੀਨੀ ਬਣਾਓ। ਸਟੈਪ 4 ਚਾਰਜਿੰਗ ਸਿਲੰਡਰ ਦਾ ਪੱਧਰ ਦੇਖਦੇ ਹੋਏ ਰੈਫਰੀਜਰੈਂਟ ਫਲੋ ਅਤੇ ਟ੍ਰਾਂਸਫਰ ਨੂੰ ਧਿਆਨ ਨਾਲ ਵੇਖੋ। ਸਟੈਪ 5 ਸਿਸਟਮ ਨੂੰ 3 ਤੋਂ 5 ਮਿੰਟਾਂ ਲਈ ਇਸੇ ਤਰ੍ਹਾਂ ਛੱਡ ਦਿਓ ਜਾਂ ਜਿੰਨੀ ਦੇਰ ਤੱਕ ਸਾਰੇ ਰੈਫਰੀਜਰੈਂਟ ਲੋੜੀਂਦੀ ਮਾਤਰਾ ਵਿੱਚ ਸਿਸਟਮ ਵਿੱਚ ਸੈਟਲ ਨਾ ਹੋਣ ਉਦੋਂ ਤੱਕ ਸਿਸਟਮ ਨੂੰ ਛੱਡ ਦਿਓ। ਸਟੈਪ 6 ਸਿਸਟਮ ਵਿੱਚ ਰੈਫਰੀਜਰੈਂਟ ਟ੍ਰਾਂਸਫਰ ਹੋਣ ਨੂੰ ਯਕੀਨੀ ਬਣਾਉਣ ਤੋਂ ਬਾਅਦ ਚਾਰਜਿੰਗ ਸਿਲੰਡਰ ਦੇ ਵਾਲਵ ਨੂੰ ਬੰਦ ਕਰ ਦਿਓ। ਸਟੈਪ 7 ਹੱਥ ਦੀ ਵਰਤੋਂ ਕਰਕੇ ਨੋਬ ਨੂੰ ਕੜੀ ਦੀ ਦਿਸ਼ਾ ਵੱਲੋਂ ਮੋੜ ਕੇ ਗੇਜ ਮੈਨੀਫੋਲਡ ਦੀ LP ਨੋਬ ਨੂੰ ਬੰਦ ਕਰੋ। ਸਟੈਪ 8 ਰੈਚਟ ਕੀ ਅਤੇ ਐਡਜਸਟੇਬਲ ਸਪੈਨਰ ਦੀ ਵਰਤੋਂ ਕਰਕੇ ਇਸ ਦੇ ਸਟੈਮ ਨੂੰ ਧਿਆਨ ਨਾਲ ਕੜੀ ਦੀ ਦਿਸ਼ਾ ਵੱਲ ਮੋੜ ਕੇ ਐਂਗਲ ਵਾਲਵ ਨੂੰ ਬੰਦ ਕਰੋ। ਸਟੈਪ 9 ਚਾਰਜਿੰਗ ਸਿਲੰਡਰ ਦੀ ਰੀਡਿੰਗ ਨੂੰ ਵੇਖੋ ਅਤੇ ਰਿਕਾਰਡ ਕਰੋ ਤਾਂ ਜੋ ਰੈਫਰੀਜਰੈਂਟ ਦੀ ਮਾਤਰਾ ਨੂੰ ਚਾਰਜ ਕੀਤਾ ਜਾ ਸਕੇ। ਸਟੈਪ 10 ਚਾਰਜਿੰਗ ਹੋਜ਼ 2 ਨੂੰ ਐਂਗਲ ਵਾਲਵ ਤੋਂ ਡਿਸਕਨੈਕਟ ਕਰੋ। ਟਾਸਕ 15 ਸਿਸਟਮ ਨੂੰ ਸਰਵਿਸ ਸਿਲੰਡਰ ਨਾਲ ਕਨੈਕਟ ਕਰੋ। ਰੈਫਰੀਜਰੇਸ਼ਨ ਵਿੱਚ ਗੈਸ ਚਾਰਜਿੰਗ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ, ਜਿਸ ਵਿੱਚ ਪਾਰ ਵਿਧੀ, ਪ੍ਰੈਸ਼ਰ ਮੈਥਡ ਅਤੇ ਤਾਪਮਾਨ ਵਿਧੀ ਸ਼ਾਮਲ ਹੈ। ਰੈਫਰੀਜਰੈਂਟ ਸਿਲੰਡਰ ਨੂੰ ਤੋਲਣ ਵਾਲੀ ਮਸ਼ੀਨ ਵਿੱਚ ਰੱਖੋ ਅਤੇ ਕਿਲੋਗ੍ਰਾਮ ਵਿੱਚ ਪਾਰ ਨੋਟ ਕਰੋ। ਰੈਫਰੀਜਰੈਂਟ ਵਾਲੇ ਸਿਲੰਡਰ ਤੇ ਵਾਲਵ ਨੂੰ ਥੋੜਾ ਜਿਹਾ ਖੋਲੋ ਤਾਂ ਜੋ ਰੈਫਰੀਜਰੈਂਟ ਨੂੰ ਸਿਸਟਮ ਵਿੱਚ ਵਹਿਣ ਦਿੱਤਾ ਜਾ ਸਕੇ। ਰੈਫਰੀਜਰੈਂਟ ਨੂੰ ਹੌਲੀ-ਹੌਲੀ ਜੋੜੋ ਅਤੇ ਸਮੇਂ-ਸਮੇਂ ਤੇ ਮੈਨੀਫੋਲਡ ਗੇਜ ਸੈੱਟ ਤੇ ਪ੍ਰੈਸ਼ਰ ਰੀਡਿੰਗ ਦੀ ਜਾਂਚ ਕਰੋ। ਸਟੈਪ 1 ਚਾਰਜਿੰਗ ਹੋਜ਼ 1 ਦੇ ਇੱਕ ਸਿਰੇ ਨਾਲ ਸਰਵਿਸ ਸਿਲੰਡਰ ਦੇ ਵਾਲਵ ਨਾਲ ਕਨੈਕਟ ਕਰੋ ਅਤੇ ਦੂਜੇ ਸਿਰੇ ਨੂੰ ਗੇਜ ਮੈਨੀਫੋਲਡ ਦੇ ਵਿਚਕਾਰਲੇ ਪੋਰਟ ਨਾਲ ਜੋੜੋ। ਸਟੈਪ 2 ਚਾਰਜਿੰਗ ਹੋਜ਼ 2 ਦੇ ਇੱਕ ਸਿਰੇ ਨੂੰ ਕੰਪਰੈਸਰ ਦੇ ਐਂਗਲ ਵਾਲਵ ਨਾਲ ਕਨੈਕਟ ਕਰੋ ਅਤੇ ਗੇਜ ਮੈਨੀਫੋਲਡ ਦੇ ਘੱਟ ਦਬਾਅ ਵਾਲੇ LP ਪੋਰਟ ਦੇ ਦੂਜੇ ਸਿਰੇ ਨੂੰ ਜੋੜੋ। ਸਟੈਪ 3 ਗੇਜ ਮੈਨੀਫੋਲਡ ਦੇ ਉੱਚ ਦਬਾਅ HP ਪੋਰਟ ਨੂੰ ਇੱਕ ਫਲਾਇਰ ਡਮੀ ਨਟ 6 ਮਿਲੀਮੀਟਰ ਨਾਲ ਬੰਦ ਕਰੋ ਅਤੇ ਇੱਕ ਟੁਕਵੇ ਡਬਲ ਐਂਡਡ ਸਪੈਨਰ ਦੀ ਵਰਤੋਂ ਕਰਕੇ ਇਸ ਨੂੰ ਕੱਸੋ। ਟਾਸਕ 16 ਚਾਰਜਿੰਗ ਹੋਜ਼ਸ ਵਿੱਚ ਹਵਾ ਨੂੰ ਸਾਫ਼ ਕਰੋ। ਸਟੈਪ 1 ਰੈਚਟ ਕੀ ਰੈਂਚ ਦੀ ਵਰਤੋਂ ਕਰਦੇ ਹੋਏ ਹੌਲੀ-ਹੌਲੀ ਇਸ ਦੇ ਸਟੈਮ ਨੂੰ 1/2 ਤੋਂ ਇੱਕ ਵਾਰੀ ਐਂਟੀ ਲੌਕ ਵਾਈਜ਼ ਦਿਸ਼ਾ ਵੱਲੋਂ ਮੋੜ ਕੇ ਸਰਵਿਸ ਸਿਲੰਡਰ ਵਾਲਵ ਨੂੰ ਖੋਲੋ। ਸਟੈਪ 2 ਚਾਰਜਿੰਗ ਹੋਜ਼ 1 ਨੂੰ ਕਟਿੰਗ ਪਲਾਇਰ ਦੀ ਵਰਤੋਂ ਕਰਕੇ ਗੇਜ ਮੈਨੀਫੋਲਡ ਦੇ ਵਿਚਕਾਰਲੇ ਪੋਰਟ ਦੇ ਇਸ ਦੇ ਸਿਰੇ ਨੂੰ ਢਿੱਲਾ ਕਰਕੇ ਸਾਫ਼ ਕਰੋ। ਸਟੈਪ 3 ਦੇਖੋ ਕਿ ਰੈਫਰੀਜਰੈਂਟ ਮੈਨੀਫੋਲਡ ਦੇ ਵਿੱਚ ਵਾਲੇ ਹਿੱਸੇ ਤੋਂ ਬਰਫ਼ ਦੀ ਸ਼ਕਲ 'ਚ ਬਾਹਰ ਨਿਕਲ ਰਿਹਾ। ਫਿਰ ਤੁਰੰਤ ਚਾਰਜਿੰਗ ਹੋਜ਼ ਦਾ ਐਂਡ ਠੀਕ ਕਰੋ ਤੇ ਯਾਦ ਰੱਖੋ ਕਿ ਰੈਫਰੀਜਰੈਂਟ ਦੀ ਰਿਲੀਜ਼ ਹੋਣ ਵਾਲੀ ਜਗ੍ਹਾ ਰੋਕ ਲਈ ਗਈ ਹੈ। ਸਟੈਪ 4 ਗੇਜ ਮੈਨੀਫੋਲਡ ਦੀ LP ਨੌਬ 2 ਤੋਂ 3 ਮੋਡ ਖੋਲੋ ਅਤੇ LP ਗੇਜ ਦੇ ਰੀਡਿੰਗ ਨੂੰ ਵੇਖੋ। ਸਟੈਪ 5 ਚਾਰਜਿੰਗ ਹੋਜ਼ 2 ਨੂੰ ਕਟਿੰਗ ਪਲਾਇਰ ਦੀ ਵਰਤੋਂ ਕਰਕੇ ਇਸ ਦੇ ਸਿਰੇ ਐਂਗਲ ਵਾਲਵ ਨੂੰ ਕਟਾ ਕੇ ਸਾਫ਼ ਕਰੋ। ਸਟੈਪ 6 ਰੈਫਰੀਜਰੈਂਟ ਦੇ ਐਸਕੇਪ ਨੂੰ ਵੇਖੋ ਅਤੇ ਫਿਰ ਰੈਫਰੀਜਰੈਂਟ ਦੇ ਬਾਹਰ ਵਹਿਣ ਨੂੰ ਰੋਕਣ ਲਈ ਤੁਰੰਤ ਚਾਰਜਿੰਗ ਹੋਜ਼ 2 ਦੇ ਸਿਰੇ ਨੂੰ ਕੱਸ ਦਿਓ। ਹਾਈਡਰੋਕਾਰਬਨ ਗੈਸਸ ਦੀ ਇੱਕ ਵਿਸ਼ਾਲ ਜਲਣਸ਼ੀਲ ਰੇਜ਼ ਹੁੰਦੀ ਹੈ, ਯਾਨੀ ਕਿ ਉਹ ਹਵਾ ਵਿੱਚ ਮੁਕਾਬਲਤਨ ਘੱਟ ਗਾੜੇਪਨ ਤੇ ਅੱਗ ਲੱਗ ਸਕਦੀਆਂ ਹਨ। ਇੱਥੋਂ ਤੱਕ ਕਿ ਫ੍ਰਿਜ ਵਰਗੀ ਸੀਮਤ ਥਾਂ ਵਿੱਚ ਹਾਈਡਰੋਜਨ ਗੈਸ ਦਾ ਇੱਕ ਛੋਟਾ ਜਿਹਾ ਲੀਕ ਜਾਂ ਦੁਰਘਟਨਾ ਨਾਲ ਰਿਲੀਜ਼ ਸੰਭਾਵੀ ਤੌਰ ਤੇ ਖਤਰਨਾਕ ਸਥਿਤੀ ਪੈਦਾ ਕਰ ਸਕਦਾ ਹੈ।
ਹਾਈਡਰੋਜਨ ਗੈਸਸ ਨੂੰ ਸੰਭਾਲਣ ਵੇਲੇ ਸਖਤ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨਾ ਜ਼ਰੂਰੀ ਹੈ। ਟਾਸਕ 17 ਸਿਸਟਮ ਵਿੱਚ ਰੈਫ੍ਰਿਜਰੈਂਟ ਨੂੰ ਚਾਰਜ ਕਰੋ। ਸਟੈਪ 1 ਰੈਚਟ ਕੀ ਰੈਂਚ ਦੀ ਵਰਤੋਂ ਕਰਕੇ ਐਂਗਲ ਵਾਲਵ ਸਟੈਮ ਇੱਕ ਕੰਪਰੈਸਰ ਪ੍ਰਕਿਰਿਆ ਲਾਈਨ ਨੂੰ ਹੌਲੀ-ਹੌਲੀ ਕੜੀ ਦੀ ਉਲਟ ਦਿਸ਼ਾ ਵੱਲੋਂ ਮੋੜ ਕੇ ਖੋਲੋ। ਸਟੈਪ 2 ਕੰਪਰੈਸਰ ਦੀ ਚਾਰਜਿੰਗ ਟਿਊਬ ਵਿੱਚ ਰੈਫ੍ਰਿਜਰੈਂਟ ਦੇ ਪ੍ਰਵਾਹ ਨੂੰ ਹੱਥ ਉਂਗਲ ਨਾਲ ਛੂ ਕੇ ਵੇਖੋ। ਚਾਰਜਿੰਗ ਲਾਈਨ ਠੰਡੀ ਮਹਿਸੂਸ ਕਰਕੇ ਫ੍ਰਿਜ ਦੇ ਪ੍ਰਵਾਹ ਨੂੰ ਯਕੀਨੀ ਬਣਾਓ। ਸਟੈਪ 3 ਮੈਨੀਫੋਲਡ ਦੇ LP ਗੇਜ ਵਿੱਚ ਵੀ ਰੈਫ੍ਰਿਜਰੈਂਟ ਦੇ ਪ੍ਰਵਾਹ ਨੂੰ ਵੇਖੋ। ਦਬਾਅ ਵੈਕਿਊਮ ਪੱਧਰ 30 Hg ਵਿੱਚ 0 pSig ਤੋਂ ਉੱਪਰ ਤੱਕ ਵਧ ਰਿਹਾ ਹੈ। ਸਟੈਪ 4 ਵੈਕਿਊਮ ਤੋਂ ਸ਼ੂਨਯ ਪੱਧਰ ਦੇ ਉੱਪਰ ਤੱਕ ਵਧਦੇ ਦਬਾਅ ਦੇ ਦੌਰਾਨ ਕੰਪਰੈਸਰ ਵਿੱਚ ਹਿਸਿੰਗ ਸ਼ੋਰ ਨੂੰ ਵੇਖੋ। ਇਹ ਦਰਸਾਉਂਦਾ ਹੈ ਕਿ ਵੈਕਿਊਮ ਵਿੱਚ ਬ੍ਰੇਕ ਹੈ। ਸਟੈਪ 5 ਰੈਫ੍ਰਿਜਰੈਂਟ ਦੇ ਪ੍ਰਵਾਹ ਨੂੰ ਉਦੋਂ ਤੱਕ ਚੱਲਣ ਦਿਓ ਜਦੋਂ ਤੱਕ ਉਹ ਮੈਨੀਫੋਲਡ ਦੇ LP ਗੇਜ ਵਿੱਚ 30 ਤੋਂ 50 pSig ਤੱਕ ਨਹੀਂ ਪਹੁੰਚ ਜਾਂਦਾ। ਫਿਰ ਤੁਰੰਤ ਐਂਗਲ ਵਾਲਵ ਬੰਦ ਕਰ ਦਿਓ। ਸਟੈਪ 6 ਇਹ ਯਕੀਨੀ ਬਣਾਓ ਕਿ ਸਿਸਟਮ ਉਪਕਰਨ ਦੀ ਵਾਇਰਿੰਗ ਡਾਇਗਰਾਮ ਦੀ ਵਰਤੋਂ ਕਰਕੇ ਚਾਲੂ ਕਰਨ ਲਈ ਤਿਆਰ ਹੈ। ਸਟੈਪ 7 ਕਲੈਂਪ ਮੀਟਰ ਤੇ ਟੌਂਗ ਟੈਸਟਰ ਦੀ ਵਰਤੋਂ ਕਰਦੇ ਹੋਏ ਉਪਕਰਨ ਲਈ ਉਪਲਬਧ ਬਿਜਲੀ ਦੀ ਸਪਲਾਈ ਦੀਆਂ ਆਪਰੇਟਿੰਗ ਸੀਮਾਵਾਂ 180 ਤੋਂ 230 ਵੋਲਟ ਦੀ ਜਾਂਚ ਕਰੋ। ਟਾਸਕ 18 ਸਿਸਟਮ ਨੋਟ ਨੂੰ ਪਿੰਚ ਕਰੋ। ਸਟੈਪ 1 ਪਿੰਚਿੰਗ ਜਾਂ ਤਾਂ ਹੇਠਲੇ ਪਾਸੇ ਜਾਂ ਉੱਚੇ ਪਾਸੇ ਦੀ ਲੋੜ ਹੋ ਸਕਦੀ ਹੈ। ਕਈ ਵਾਰ ਇਸ ਨੂੰ ਦੋਵੇਂ ਪਾਸੇ ਸਕਸ਼ਨ ਪ੍ਰਕਿਰਿਆ ਲਾਈਨ ਅਤੇ ਲਿਕੁਇਡ ਲਾਈਨ ਦੀ ਲੋੜ ਹੁੰਦੀ ਹੈ। ਸਟੈਪ 2 ਹੇਠਲੇ ਪਾਸੇ ਪਿੰਚਿੰਗ ਕਰਦੇ ਸਮੇਂ ਸਿਸਟਮ ਕੰਮ ਕਰਨ ਦੀ ਸਥਿਤੀ ਵਿੱਚ ਹੋਣਾ ਚਾਹੀਦਾ ਹੈ ਅਤੇ ਉੱਚੇ ਪਾਸੇ ਪਿੰਚਿੰਗ ਕਰਦੇ ਸਮੇਂ ਸਿਸਟਮ ਨੂੰ ਬੰਦ ਸਥਿਤੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਸਟੈਪ 3 ਸਹੀ ਟੂਲ ਜਿਵੇਂ ਕਿ ਪਿੰਚ ਆਫ ਟੂਲ ਹੈਂਡ ਹੈਲਡ ਦੀ ਵਰਤੋਂ ਕਰਨੀ ਜ਼ਰੂਰੀ ਹੈ ਜਦੋਂ ਤੁਸੀਂ ਪਿੰਚਿੰਗ ਪ੍ਰੋਸੈਸ ਕਰ ਰਹੇ ਹੋਵੇ। ਕਟਿੰਗ ਜਾਂ ਨੋਜ਼ ਪਲਾਇਰ ਦਾ ਇਸਤੇਮਾਲ ਪਿੰਚਿੰਗ ਟੂਲ ਵਜੋਂ ਕਰਨਾ ਖਾਸ ਤੌਰ ਤੇ ਰੋਕਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ। ਸਟੈਪ 4 ਜਦੋਂ ਵੀ ਲੋੜ ਹੋਵੇ ਅੱਖਾਂ ਦੇ ਚਸ਼ਮੇ ਅਤੇ ਹੱਥ ਦੇ ਦਸਤਾਨੇ ਪਹਿਨੋ। ਸਟੈਪ 5 ਯਕੀਨੀ ਬਣਾਓ ਕਿ ਕੰਪਰੈਸਰ ਕੰਮ ਕਰ ਰਿਹਾ ਹੈ। ਸਟੈਪ 6 ਪਿੰਚਿੰਗ ਟੂਲ ਦੀ ਵਰਤੋਂ ਕਰਕੇ ਕੰਪਰੈਸਰ ਪ੍ਰੋਸੈਸ ਟਿਊਬ ਅਤੇ ਐਂਗਲ ਵਾਲਵ ਦੇ ਫਲੇਅਰ ਨਟ ਨੂੰ ਵਿਚਕਾਰ ਲਾਈਨ ਨੂੰ ਪਿੰਚ ਕਰੋ। ਸਟੈਪ 7 ਪਿੰਚਿੰਗ ਟੂਲ ਨੂੰ ਪ੍ਰਕਿਰਿਆ ਨਾਲ ਤੇ ਕੱਸ ਕੇ ਰੱਖੋ। ਸਟੈਪ 8 ਐਡਜਸਟੇਬਲ ਸਪੈਨਰ ਅਤੇ ਟੁਕਵੇਂ ਆਕਾਰ ਦੇ ਡਬਲ ਐਂਡਡ ਸਪੈਨਰ ਦੀ ਵਰਤੋਂ ਕਰਕੇ ਫਲਾਇਰ ਨਟ ਤੋਂ ਇਸ ਨੂੰ ਢਿੱਲਾ ਕਰਕੇ ਐਂਗਲ ਵਾਲਵ ਨੂੰ ਹਟਾਓ। ਸਟੈਪ 9 ਇੱਕ ਟਿਊਬ ਕਟਰ ਦੀ ਵਰਤੋਂ ਕਰਕੇ ਫਲਾਇਰ ਨਟ ਅਤੇ ਪਿੰਚਿੰਗ ਪੁਆਇੰਟ ਦੇ ਵਿਚਕਾਰ ਕਾਪਰ ਦੀ ਟਿਊਬ ਨੂੰ ਕੱਟੋ। ਸਟੈਪ 10 ਸੋਪ ਸੋਲੂਸ਼ਨ ਦੀ ਪਤਲੀ ਪਰਤ ਨੂੰ ਖੁੱਲੇ ਸਿਰੇ ਵਿੱਚ ਲਗਾ ਕੇ ਪਿੰਚਿੰਗ ਪੁਆਇੰਟ ਤੋਂ ਬਾਹਰ ਕਾਪਰ ਦੀ ਟਿਊਬ ਦੇ ਖੁੱਲੇ ਸਿਰੇ ਤੇ ਲੀਕ ਰੈਫ੍ਰਿਜਰੈਂਟ ਦੀ ਜਾਂਚ ਕਰੋ। ਸਟੈਪ 11 ਜੇਕਰ ਲੀਕ ਮਿਲਦਾ ਹੈ ਤਾਂ ਇਸ ਨੂੰ ਪਿੰਚਿੰਗ ਬਲੌਕ ਨੂੰ ਜ਼ਿਆਦਾ ਦਬਾ ਕੇ ਜਾਂ ਡਬਲ ਕ੍ਰਿਪਿੰਗ ਹੈਂਡ ਹੈਲਡ ਪੁਆਇੰਟ ਟੂਲ ਨਾਲ ਰੋਕੋ। ਇੱਕ ਵਾਰ ਚਾਰਜਿੰਗ ਪੂਰੀ ਹੋਣ ਤੋਂ ਬਾਅਦ ਤਾਪਮਾਨ, ਕਰੰਟ, ਵੋਲਟੇਜ ਅਤੇ ਪ੍ਰੈਸ਼ਰ ਦੀ ਨਿਗਰਾਨੀ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੀ ਹੈ ਕਿ ਰੈਫ੍ਰਿਜਰੇਟਰ ਦਾ ਕੂਲਿੰਗ ਸਿਸਟਮ ਇਸ ਦੇ ਡਿਜ਼ਾਈਨ ਕੀਤੇ ਪੈਰਾਮੀਟਰ ਦੇ ਅੰਦਰ ਕੰਮ ਕਰ ਰਿਹਾ ਹੈ।